ਨਾਮ ਜਿਹੜਾ ਖੂਬਸੂਰਤੀ ਅਤੇ ਐਲੀਗੈਂਸ ਦਾ ਪ੍ਰਤੀਕ ਹੈ। ਅਸੀਂ ਲੈ ਕੇ ਆਏ ਹਾਂ ਉੱਚ ਕੁਆਲਿਟੀ ਦੇ ਸਟਾਈਲ, ਕਲਰ ਅਤੇ ਟੈਕਸਚਰ ਦਾ ਸੰਮੇਲ। ਬਹੁਤ ਸਾਰੇ ਕਿਸਮਾਂ ਦੇ ਕੈਨੇਡਾ ਵਿੱਚ ਬਣੇ ਹੋਏ ਸੋਫਾਜ਼, ਲਵ ਸੀਟਸ, ਬੈੱਡਸ, ਅਪਹੋਲਸਟਰ ਬੈੱਡਸ, ਚੇਅਰਸ, ਸ਼ੇਜ਼, ਸੈਕਸ਼ਨਲਸ ਅਤੇ ਐਕਸੈਸਰੀਜ਼, ਕਸਟਮ ਡਿਜ਼ਾਈਨ ਪੀਸਿਸ ਜਾਂ ਸਾਡੀ ਆਪਣੀ ਕਲੈਕਸ਼ਨ ਨਾਲ ਆਪਣੇ ਘਰ ਨੂੰ ਸਜਾਉਣ ਦਾ ਆਨੰਦ ਮਾਣੋ। ਕਾਲ 1866-842-6824। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1866-790-8984 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸਪਿਰਿਚੁਅਲ ਸੈਗਮੈਂਟ ਵਿੱਚ। ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸਰਦਾਰ ਸ਼ਮਸ਼ੇਰ ਸਿੰਘ ਜੀ ਨਾਲ। ਇਹ ਪ੍ਰੋਫੈਸ਼ਨ ਵਜੋਂ ਤਾਂ ਇੱਕ ਅਕਾਊਂਟੈਂਟ ਸਨ, ਲੇਕਿਨ ਗੁਰੂ ਦੀ ਬਖਸ਼ਿਸ਼ ਹੋਈ ਤੇ ਉਸ ਤੋਂ ਬਾਅਦ ਇਹ ਗੁਰੂ ਦਾ ਮੈਸੇਜ ਲੈ ਕੇ ਅੱਜਕੱਲ੍ਹ ਸੰਗਤਾਂ ਤੱਕ ਜਾਂਦੇ ਹਨ ਅਤੇ ਇਹਨਾਂ ਦਾ ਇਹ ਮੰਨਣਾ ਹੈ ਕਿ ਸਿੱਖ ਦੀ ਕਰਨੀ ਜੋ ਹੈ ਉਹ ਝਲਕਣੀ ਚਾਹੀਦੀ ਹੈ, ਜਿਹੜੀ ਵੀ ਗੁਰਬਾਣੀ ਉਹ ਪੜ੍ਹ ਰਿਹਾ ਹੈ। ਆਓ ਇसी ਸੰਬੰਧ ਵਿੱਚ ਅੱਜ ਕੁਝ ਜਾਣਕਾਰੀ ਲੈਂਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ ਇੱਕ ਸਿੱਖ ਦਾ ਕੀ ਜੀਵਨ ਹੋਣਾ ਚਾਹੀਦਾ ਹੈ ਤੇ ਉਹਦੀ ਕੀ ਕਰਨੀ ਹੋਣੀ ਚਾਹੀਦੀ ਨੇ। ਜੈ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ, ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜ੍ਹਦੇ ਹਾਂ, ਵਿਚਾਰਦੇ ਵੀ ਹਾਂ, ਪਰ ਉਹ ਇੰਟੈਲੈਕਚੁਅਲ ਲੈਵਲ ਦੇ ਉੱਤੇ ਹੀ ਅਸੀਂ ਕਈ ਵਾਰੀ ਅੜ ਜਾਂਦੇ ਹਾਂ, ਪਰ ਉਹ ਚੀਜ਼ ਝਲਕ ਨਹੀਂ ਰਹੀ। ਅੱਜ ਸਮਾਜ ਦੇ ਵਿੱਚ ਤੁਸੀਂ ਸਾਰੀ ਦੁਨੀਆ ਵਿੱਚ ਜਾ ਕੇ ਵੇਖ ਹੀ ਰਹੇ ਹੋ, ਗੁਰਦੁਆਰਿਆਂ ਦੀ ਕੋਈ ਘਾਟ ਨਹੀਂ, ਮੀਡੀਆ ਦੇ ਵੀ ਬਹੁਤ ਪ੍ਰਚਾਰ ਹੋ ਰਿਹਾ ਹੈ, ਪਰ ਜਿਸ ਚੀਜ਼ ਦਾ ਇਫੈਕਟ ਹੋਣਾ ਚਾਹੀਦਾ ਸੀ ਉਹ ਅੱਜ ਨਜ਼ਰ ਨਹੀਂ ਆ ਰਿਹਾ, ਝਲਕ ਨਹੀਂ ਪੈ ਰਹੀ। ਸੋ ਅੱਜ ਸਾਨੂੰ ਦੱਸੋ ਕਿ ਕਿਹੜੇ ਰਸਤੇ ਨੂੰ ਅਡਾਪਟ ਕਰਨਾ ਚਾਹੀਦਾ ਹੈ ਜਿਹਦੇ ਨਾਲ ਕਿ ਇੱਕ ਸਿੱਖ ਦੇ ਜੀਵਨ ਜਿਹੜਾ ਹੈਗਾ ਹੈ ਉਸ ਦੇ ਵਿੱਚ ਗੁਰਬਾਣੀ ਝਲਕੇ। ਕੇਵਲ ਤੋਂ ਕੇਵਲ ਸਭ ਤੋਂ ਠੀਕ ਜੋ ਰਸਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਜੀ। ਜਿਹੜਾ ਮਨੁੱਖ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦੇ ਮੁਤਾਬਕ ਆਪਣਾ ਕਿਰਦਾਰ ਬਣਾ ਲੇਗਾ ਉਹ ਗੁਰੂ ਦੀ ਨਜ਼ਰ ਵਿੱਚ ਇੱਕ ਪ੍ਰਵਾਨ ਹੋਏਗਾ ਜੀ। ਤੇ ਜੋ ਇਹ ਮਨੁੱਖਾ ਜਨਮ ਹੈ ਇਸ ਨੂੰ ਸਫਲਾ ਕਰ ਜਾਏਗਾ। ਜਿਵੇਂ ਸਤਿਗੁਰੂ ਜੀ ਨੇ ਸਾਨੂੰ ਸਹਿਮੀ ਕਰਤਾ ਮੰਨ ਕੇ ਕੀ ਕਰਨਾ ਹੈ ਤੂੰ, ਜਿਵੇਂ ਸਾਹਿਬ ਜੀ ਕਿਰਦਾਰ ਕਿਹੋ ਜਿਹਾ, ਐਸੀ ਕਲਾ ਨ ਖੇਡੀ ਹੈ ਜਿੱਤ ਦਰਗਹਿ ਗਏ ਹਾਰ ਗਏ। ਕਿ ਇਹ ਬੰਦੇ ਤੇਰਾ ਕਰਮ, ਜਿਹਨੂੰ ਤੁਸੀਂ ਆਪਾਂ ਕਰਮ ਕਹਿ ਰਹੇ ਕੰਮ, ਜੌਬ, ਕਿਰਤ, ਇਹੋ ਜਿਹੀ ਹੋਣੀ ਚਾਹੀਦੀ ਜਿੱਥੇ ਜਾ ਕੇ ਤੇਰੇ ਜੀਵਨ ਜੋ ਅਸਲ ਲਕਸ਼ ਤੇਰਾ ਮਨੋਰਥ ਜੋ ਹੈ ਉੱਥੋਂ ਤੂੰ ਨੀਵਾਂ ਗਿਰ ਜਾਏ। ਰਾਈਟ। ਫਿਰ ਬਾਬਾ ਫਰੀਦ ਸਾਹਿਬ ਨੇ ਸਪਸ਼ਟ ਹੀ ਕੀਤਾ, ਕਹਿੰਦੇ ਜਿੰਨੀ ਕਮੀ ਨਾ ਹੀ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਜੀ। ਹੁਣ ਇਸ ਦੇ ਮੁਤਾਬਕ ਜੀਵਨ ਜੀਵਨਾ, ਮਨੁੱਖ ਦੇ ਹਿਰਦੇ ਵਿੱਚੋਂ ਲੋਭ ਖਤਮ ਹੋ ਜਾਏ ਜੀ, ਉਸ ਦੇ ਹਿਰਦੇ ਚੋਂ ਲੱਭ ਖਤਮ ਹੋ ਜਾਏ, ਉਸ ਦੇ ਸੁਭਾਅ ਵਿੱਚੋਂ ਕਾਮ, ਕ੍ਰੋਧ ਇਹ ਖਤਮ ਹੋ ਜਾਏ। ਉਸ ਦਾ ਜੋ ਆਮ ਤੌਰ ਤੇ ਮਨੁੱਖ ਖੁਦਗਰਜੀ ਕਰਦਾ ਹੈ, ਲਾਹੇ ਦਾ ਮੂਲ ਉਸ ਦੀ ਖੁਦਗਰਜੀ ਹੈ, ਲੱਭ ਦਾ ਮੂਲ ਉਸ ਦੀ ਖੁਦਗਰਜੀ ਹੈ। ਜਿਸ ਦਿਨ ਉਸ ਦੇ ਹਿਰਦੇ ਵਿੱਚੋਂ ਇਹ ਖੁਦਗਰਜੀ ਖਤਮ ਹੋ ਗਈ, ਉਸ ਦੇ ਹਿਰਦੇ ਵਿੱਚੋਂ ਲੱਭ ਵੀ ਖਤਮ ਹੋ ਜਾਏਗਾ, ਲੋਭ ਖਤਮ ਹੋ ਜਾਏਗਾ ਜੀ। ਜਿਸ ਦਿਨ ਲੋਭ ਖਤਮ ਹੋ ਗਿਆ ਉਦੋਂ ਉਸ ਦੇ ਹਿਰਦੇ ਵਿੱਚ ਤਾਤ ਪਰਾਈ ਖਤਮ ਹੋ ਜਾਏਗੀ, ਦਵੈਤ ਖਤਮ ਹੋ ਜਾਏਗੀ, ਈਰਖਾ ਖਤਮ ਹੋ ਜਾਏਗੀ ਜੀ। ਉੱਥੇ ਵੈਰ ਵੀ ਖਤਮ ਹੋ ਜਾਏ, ਕਿਉਂਕਿ ਇਹ ਸਾਰੇ ਕੋਰਿਲੇਟਡ, ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਸਾਰੀਆਂ ਅਲਾਮਤਾਂ ਨੇ। ਕਿਰਤ ਕਰਨ ਲੱਗਿਆਂ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਕਿਰਤ ਐਸੀ ਕਰੇ, ਯਕੀਨੀ ਬਣਾਵੇ ਕਿ ਮੇਰੀ ਕਿਰਤ ਵਿੱਚ ਕੂੜ ਨਾ ਹੋਵੇ। ਕੂੜ ਜਿਹੜਾ ਲੋਭ ਵਾਲਾ ਪੈਸਾ, ਕਿਸੇ ਠੱਗੀ, ਚੋਰੀ, ਰਿਸ਼ਵਤ ਵਗੈਰਾ ਇਹ ਨਾ ਹੋਵੇ, ਇਹ ਯਕੀਨੀ ਬਣਾਵੇ। ਗੁਰੂ ਨਾਨਕ ਨੂੰ ਇਹ ਕਿਰਦਾਰ ਪ੍ਰਵਾਨ ਹੈ। ਰਾਈਟ। ਮਨੁੱਖ ਯਤਨ ਕਰੇ ਕਿ ਮੈਂ ਕਿਰਤ ਕਰਨ ਲੱਗੇ, ਆਮ ਤੌਰ ਤੇ ਅਸੀਂ ਕਹਿੰਦੇ ਹਾਂ ਸਿੱਖ ਦੀ ਕਿਰਤ ਸੁੱਚੀ ਹੋਣੀ ਚਾਹੀਦੀ ਹੈ। ਸੁੱਚੀ ਕਿਸੇ ਰੇਤ ਨਾਲ ਮਾਂਜੀ ਹੋਈ ਨਹੀਂ, ਕਿਸੇ ਕੱਪੜੇ ਨਾਲ ਮਾਂਜੀ ਹੋਈ ਨਹੀਂ। ਸੁੱਚੀ ਮਤਲਬ ਜਿਸ ਵਿੱਚ ਮਿਲਾਵਟ ਨਾ ਹੋਵੇ। ਰਾਈਟ। ਮਿਲਾਵਟ ਜਿਸ ਵਿੱਚ ਦੂਸਰੇ ਦਾ ਹੱਕ ਨਾ ਮਾਰਿਆ ਜਾਵੇ। ਕਿਰਤ ਕਰਦਿਆਂ ਦੂਸਰੇ ਦੀ ਕਿਸੇ ਤਰ੍ਹਾਂ ਵੀ ਨਾ ਉਸ ਦੀ ਮਾਨਸਿਕ ਨਾ ਉਸ ਦੀ ਅਧਿਆਤਮਿਕ ਅਵਸਥਾ ਤੱਕ ਹੀ ਕੋਈ ਚੋਟ ਪਹੁੰਚੇ, ਉਹ ਸੁੱਚੀ ਕਿਰਤ ਹੈ ਜੀ। ਉਹ ਸੁੱਚੀ ਕਿਰਤ ਮਨੁੱਖ ਜਿਹੜੀ ਕਿਆ ਕਾਰ ਕਰਦਾ ਹੈ, ਆਮ ਤੌਰ ਤੇ ਜੋ ਕਿਰਤ ਦੇ ਮੁੱਢਲੇ 3 ਸਾਧਨ ਹਨ ਜੀ, ਖੇਤੀ, ਵਪਾਰ ਜੀ, ਨੌਕਰੀ ਤੇ ਜਿਹੜਾ ਹੈਗਾ ਆ ਜੌਬ ਜਿਸਨੂੰ ਕਹਿੰਦੇ ਆ ਜੀ, ਚਾਰ 3 ਸਾਧਨ ਹਨ। ਸਤਿਗੁਰੂ ਜੀ ਕਹਿੰਦੇ ਕਿ ਜਿਵੇਂ ਜਿਹੜੀ ਤੇਰੀ ਖੇਤੀ ਕਿਵੇਂ ਹੈ, ਇਮਾਨਦਾਰੀ ਵਾਲੀ ਖੇਤੀ ਹੋਵੇ, ਹੱਕ ਵਾਲੀ ਖੇਤੀ ਹੋਵੇ, ਕਿਸੇ ਦਾ ਲੱਭ ਨੁਕਸਾਨ ਨਾ ਕਰਨਾ ਜੀ। ਵਪਾਰ ਕਰਨ ਲੱਗਿਆ ਜਿਵੇਂ ਹੁਣ ਤੁਸੀਂ ਕਹੇ ਜਿਹੜਾ ਮੁਨਾਫਾ ਆ
ਮੁਨਾਫੇ ਦੀ ਪਰਸੈਂਟ ਹੋਵੇ, ਉਹ ਚ ਮਲਟੀਪਲੀਕੇਸ਼ਨ ਨਾ ਹੋਵੇ, ਇੰਨੇ ਗੁਣਾ ਨਹੀਂ, ਰਾਈਟ, ਉਹ ਗੁਰੂ ਨੂੰ ਪ੍ਰਵਾਨ ਹੈ। ਫਿਰ ਸਤਿਗੁਰੂ ਜੀ ਨੇ ਸਭ ਤੋਂ ਅਗਲੀ ਜੋ ਗੱਲ ਕੀਤੀ, ਅਸੀਂ ਗੁਰੂ ਨਾਨਕ ਦੇ ਬੇਸਿਕਲੀ ਜੋ ਸਿਧਾਂਤ ਤੇ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਵੰਡ ਛਕਣਾ, ਆਪਣੀ ਕਿਰਤ ਆਪ ਕਰਨੀ ਹੈ। ਜੀ, ਕਿਰਤੀ ਹੀ ਨਾਮ ਜਪ ਸਕਦਾ ਹੈ, ਰਾਈਟ, ਵਿਹਲਾ ਬੰਦਾ ਨਾਮ ਨਹੀਂ ਜਪ ਸਕਦਾ। ਵਿਹਲਾ ਬੰਦਾ ਪਖੰਡ ਤੇ ਕਰ ਸਕਦਾ ਹੈ, ਜੀ, ਦੂਸਰੇ ਨੂੰ ਤੇ ਵਰਗਲਾ ਸਕਦਾ ਹੈ, ਲੇਕਿਨ ਆਪਣੇ ਲਈ ਨਹੀਂ ਕਰ ਸਕਦਾ। ਜੀ, ਤੇ ਨਾਮ ਜਪਣ ਵਾਲਾ ਦੀ ਹੀ ਕਿਰਤ ਸੁੱਚੀ ਹੋ ਸਕਦੀ ਹੈ। ਅਸੀਂ ਆਮ ਕਹਿੰਦੇ ਹਾਂ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਜੀ, ਪਹਿਲੋਂ ਕਹਿੰਦੇ ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ। ਨਹੀਂ, ਨਾਮ ਜਪਣਾ, ਰਾਈਟ, ਕਿਰਤ ਕਰਨੀ, ਕਿਰਤ ਕਰਨੀ, ਵੰਡ ਛਕਣਾ। ਰਾਈਟ, ਕਿਉਂਕਿ ਜਿਹੜੀ ਕਿਰਤ ਹੈ, ਕਿਰਤ ਹੀ ਉਹ ਨਾਮ ਕੀ ਹੈ, ਨਾਮ ਕੋਈ ਵਿਸ਼ੇਸ਼ ਨਾਮ ਨਹੀਂ। ਫਿਰ ਉੱਥੇ ਫਿਰ ਭੁਲੇਖਾ ਪਏਗਾ ਜੀ, ਮੰਤਰ ਕਿਸ ਦਾ। ਇਹ ਗੁਰੂ ਦੇ ਹੁਕਮ ਅਨੁਸਾਰ ਸਤ, ਸੰਤੋਖ, ਦਇਆ, ਧਰਮ ਵਾਲੀ ਕਿਰਤ ਕਰਨੀ, ਜੀ, ਇਹ ਕਿਰਤ ਕਰਨੀ। ਉਹ ਜਿਸ ਦੇ ਹਿਰਦੇ ਵਿੱਚ ਗੁਰਬਾਣੀ ਦਾ ਜੋ ਉਸਨੇ ਗਿਆਨ ਗੁਰੂ ਕੋ ਹਾਸਲ ਕੀਤਾ ਹੈ, ਉਸ ਦੇ ਮੁਤਾਬਕ ਕਿਰਤ ਕਰੇਗਾ, ਜੀ, ਤੇ ਉਸ ਦੇ ਵਿੱਚ ਸੁਚਮਤਾ ਆਪਣੇ ਆਪ ਰਹਿ ਜਾਏਗੀ। ਫਿਰ ਉਸ ਦੇ ਵਿੱਚ ਵੰਡ ਕੇ ਛਕਣ ਦਾ ਸੁਭਾਅ ਵੀ ਉਸ ਦਾ ਹੀ ਆਏਗਾ ਜਿਸ ਨੇ ਗੁਰੂ ਦੇ ਹੁਕਮ ਨੂੰ ਹਿਰਦੇ ਵਿੱਚ ਵਸਾਇਆ ਹੈ। ਠੀਕ, ਨਾਮ ਕੋਈ ਵਿਸ਼ੇਸ਼ ਤੋਤਾ ਰਟਣ ਨਹੀਂ। ਸਤਿਗੁਰੂ ਦੀ ਗੁਰਬਾਣੀ ਨੂੰ ਪੜ੍ਹਨਾ, ਜੀ, ਸਤਿਗੁਰੂ ਜੀ ਦੇ ਗੁਰਬਾਣੀ ਦੇ ਜੋ ਗੁਰੂ ਦੇ ਗੁਰਬਾਣੀ ਅੰਦਰ ਗਿਆਨ ਹੈ, ਉਸ ਨੂੰ ਸਮਝ ਕੇ ਆਪਣੇ ਜੀਵਨ ਦਾ ਆਧਾਰ ਬਣਾਉਣਾ, ਕਰਮਾਂ ਦਾ ਆਧਾਰ ਬਣਾਉਣਾ, ਬਸ ਇਹ ਹੀ ਨਾਮ ਹੈ। ਸਾਡੇ ਕਰਮਾਂ ਵਿੱਚ ਗੁਰੂ ਦਾ ਹੁਕਮ ਹੈ, ਤੇ ਲਾਜ਼ਮੀ ਤੌਰ ਤੇ ਮਨੁੱਖ ਕਿਸੇ ਦਾ ਹੱਕ ਨਹੀਂ ਮਾਰੇਗਾ, ਬਿਲਕੁਲ, ਲਾਜ਼ਮੀ ਤੌਰ ਤੇ ਮਨੁੱਖ ਕਿਸੇ ਨਾਲ ਠੱਗੀ ਨਹੀਂ ਕਰੇਗਾ, ਲਾਜ਼ਮੀ ਮਨੁੱਖ ਕਿਸੇ ਦੇ ਨਾਲ ਜ਼ੁਲਮ ਵਾਲੀ ਅਵਸਥਾ ਨਹੀਂ ਰੱਖੇਗਾ। ਜੀ, ਇਸ ਕਰਕੇ ਜਿਹੜਾ ਹੈਗਾ ਗੁਰੂ ਦੇ ਹੁਕਮ ਨੂੰ ਮੰਨਣਾ, ਗੁਰਬਾਣੀ ਨੂੰ ਮੰਨਣਾ, ਗੁਰਬਾਣੀ ਅਨੁਸਾਰ ਜੀਵਨ ਜਿਉਣਾ, ਇਹ ਮੁੱਢਲਾ ਹੈ। ਇਸ ਤੋਂ ਅੱਗੇ ਕਿਰਤ ਵੀ ਸਵੱਛ ਹੋ ਜਾਏਗੀ, ਉਸ ਦੇ ਵਿੱਚ ਵੰਡ ਛਕਣ ਵਾਲਾ ਸੁਭਾਅ ਵੀ ਆ ਜਾਏਗਾ। ਰਾਈਟ, ਦੂਸਰਿਆਂ ਦਾ ਭਲਾ ਕਰਨਾ, ਸਰਬੱਤ ਦਾ ਭਲਾ, ਜ਼ਬਾਨੀ ਤੇ ਅਸੀਂ ਕਹਿੰਦੇ ਹਾਂ, ਤੇ ਮੇਰੇ ਖਿਆਲ ਸਾਡਾ ਆਪਣੇ ਸਰੀਰ ਤੱਕ ਹੀ ਸੀਮਿਤ ਰਹਿੰਦਾ ਸਰਬੱਤ ਦਾ ਭਲਾ। ਇੱਕ ਰੈਵੋਲੂਸ਼ਨਰੀ ਸੋਚ ਲਿਆਂਦੀ ਸੀ ਗੁਰੂ ਨਾਨਕ ਸਾਹਿਬ ਨੇ, ਇੱਕ ਵੱਖਰੇ ਧਰਮ ਦੀ ਜਿਹੜੀ ਸਥਾਪਨਾ ਕੀਤੀ, ਅਤੇ ਇਹ ਜਿਹੜੀ ਤੁਸੀਂ ਗੱਲਾਂ ਕੀਤੀਆਂ, ਇਹੀ ਚੀਜ਼ ਨੂੰ ਉਜਾਗਰ ਕੀਤਾ ਗਿਆ ਉਸ ਸਮੇਂ। ਬਟ ਬੜੀ ਛੇਤੀ ਹੌਲੀ ਹੌਲੀ ਇਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ, ਤੇ ਕੁਝ ਹੋਰ ਹੀ ਅੱਗੇ ਸਾਡੇ ਧਰਮ ਦੇ ਨਾਂ ਦੇ ਉੱਤੇ ਅਸੀਂ ਅੱਜ ਵੇਖਣ ਨੂੰ ਮਿਲਦਾ ਹੈ ਸਾਨੂੰ। ਗੁਰਦੁਆਰਿਆਂ ਦੇ ਵਿੱਚ ਜਿੱਥੇ ਇਹ ਬਹੁਤ ਵਧੀਆ ਕੰਮ ਹੋ ਰਿਹਾ, ਕਈ ਥਾਵਾਂ ਦੇ ਉੱਤੇ ਪ੍ਰਚਾਰ ਹੋ ਰਿਹਾ ਗੁਰੂ ਦਾ, ਲੇਕਿਨ ਇਹ ਪ੍ਰਚਾਰ ਦਾ ਇੰਪੈਕਟ ਕਿਉਂ ਨਹੀਂ ਪੈ ਰਿਹਾ ਹੈਗਾ? ਕਿਉਂਕਿ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਕਥਨੀ ਤੇ ਕਰਨੀ ਜਿਹੜਾ ਅੰਤਰ ਬਹੁਤ ਜ਼ਿਆਦਾ ਆ ਗਿਆ, ਰੋਲ ਮਾਡਲਸ ਖਤਮ ਹੁੰਦੇ ਜਾ ਰਹੇ ਨੇ, ਫਿਰ ਯੰਗਸਟਰਸ ਜਿਹੜੇ ਹੈਗੇ ਨੇ ਸਾਡੇ, ਉਹ ਤਾਂ ਸਾਨੂੰ ਹੀ ਵੇਖਣਗੇ, ਤੇ ਜਦੋਂ ਉਹਨਾਂ ਨੂੰ ਇਹ ਚੀਜ਼ ਨਜ਼ਰ ਨਹੀਂ ਆਉਂਦੀ, ਇਸ ਕਰਕੇ ਉਹ ਧਰਮ ਤੋਂ ਦੂਰ ਜਾ ਰਹੇ ਨੇ। ਤੇ ਇਹਦੇ 'ਚ ਕੋਈ ਅੱਜ ਸ਼ੱਕ ਨਹੀਂ ਹੈਗਾ, ਭਾਵੇਂ ਉਹ ਹਿੰਦੁਸਤਾਨ ਹੋਵੇ ਤੇ ਭਾਵੇਂ ਕੈਨੇਡਾ ਤੇ ਭਾਵੇਂ ਕੋਈ ਹੋਰ ਜਗ੍ਹਾ, ਗੁਰਦੁਆਰੇ ਭਰੇ ਹੋਏ ਨੇ ਲੋਕਾਂ ਨਾਲ, ਪਰ ਕਿੰਨੇ ਕੁ ਉੱਥੇ ਅਸੀਂ ਉੱਥੇ ਨੌਜਵਾਨ ਵੇਖ ਰਹੇ ਹਾਂ। ਉਹਦੇ ਮੁਤਲਕ ਚਾਹਾਂਗਾ ਤੁਹਾਡੇ ਕੀ ਵਿਚਾਰ ਨੇ, ਕਿਸ ਤਰੀਕੇ ਨਾਲ ਉਹਨਾਂ ਦੀ ਇਨਵੋਲਵਮੈਂਟ ਕੀਤੀ ਜਾ ਸਕਦੀ? ਪਹਿਲੀ ਗੱਲ, ਅੱਜ ਧਰਮ ਦੀ ਦੁਨੀਆ, ਅੱਜ ਮਨੁੱਖ ਧਰਮੀ ਦਿਸਣ ਦਾ ਯਤਨ ਕਰ ਰਿਹਾ ਹੈ, ਧਰਮੀ ਬਣਨ ਦਾ ਯਤਨ ਨਹੀਂ ਕਰ ਰਿਹਾ। ਠੀਕ, ਭਾਵੇਂ ਉਹ ਲਿਬਾਸ ਨਾਲ ਹੋਵੇ, ਭਾਵੇਂ ਉਹ ਬਾਤਾਂ ਨਾਲ ਹੋਵੇ। ਜੀ, ਕਿਉਂਕਿ ਮਨੁੱਖ ਗੁਰੂ ਨੂੰ ਜੋ ਪ੍ਰਵਾਨ ਹੈ, ਗੁਰਬਾਣੀ ਨੂੰ ਜੋ ਪ੍ਰਵਾਨ ਹੈ, ਮਨੁੱਖ ਦਾ ਕਿਰਦਾਰ ਧਰਮੀ ਚਾਹੀਦਾ ਹੈ। ਰਾਈਟ, ਅਸੀਂ ਕੁਝ ਰੀਤਾਂ ਰਿਵਾਜਾਂ ਧਰਮ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਪਹਿਲੋਂ ਧਰਮ ਦੀ ਪਰਿਭਾਸ਼ਾ ਤੇ ਜਾਣ। ਏਕੋ ਧਰਮ ਦ੍ਰਿੜ ਹੈ ਸੱਚ ਕੋਈ। ਸੱਚ ਨੂੰ ਕਮਾਉਣਾ, ਸੱਚ ਨੂੰ ਹਿਰਦੇ ਵਿੱਚ, ਸੱਚ ਵਾਲੀ ਕਾਰ ਕਰਨੀ, ਬਸ ਇਹ ਹੀ ਧਰਮ ਹੈ। ਰਾਈਟ, ਤੇ ਇਹ ਮਨੁੱਖ ਕਰਨ ਤੋਂ ਚੀਜ਼ ਗਿਆ, ਮਨੁੱਖ ਈਜ਼ੀ ਵੀ ਚਾਹੁੰਦਾ ਹੈ, ਮੇਰੇ ਕੋਲ ਥੋੜੇ ਸਮੇਂ 'ਚ ਜ਼ਿਆਦਾ ਪ੍ਰਾਪਤੀਆਂ ਹੋ ਜਾਣ। ਰਾਈਟ, ਇਸ ਕਰਕੇ ਉਹ ਸੱਤ ਦੇ ਨਾਲ ਜਿਸ ਤਰ੍ਹਾਂ ਵੀ ਆਉਂਦਾ ਹੈ ਕਰਨਾ ਹੈ। ਇਸ ਕਰਕੇ ਸਾਡੀ ਕਿਰਤ ਵਿੱਚੋਂ ਸੱਚ ਮੁੱਕਦਾ ਜਾਂਦਾ ਹੈ, ਧਰਮ ਸਾਡੇ ਜਿਹੜਾ ਮੁੱਕਦਾ ਜਾਂਦਾ ਹੈ, ਵਿਖਾਵਾ ਰਹਿੰਦਾ ਹੈ। ਦੂਸਰੇ ਗੁਰਦੁਆਰਿਆਂ ਦੀ ਖਿਮਾ ਕਰਿਓ, ਅਕਸਰ ਗੁਰਦੁਆਰੇ 99.9% ਗੁਰਦੁਆਰੇ ਵਪਾਰਕ ਕੇਂਦਰ ਨੇ। ਰਾਈਟ, ਧਰਮ ਦਾ ਸਥਾਨ ਨਹੀਂ ਹੈ। ਖਿਮਾ ਕਰਿਓ। ਠੀਕ, ਕਿਉਂਕਿ ਅਸੀਂ ਗੁਰਦੁਆਰੇ ਵਿੱਚ ਗਿਆਨ ਵੰਡਣ ਲਈ ਕਲਾਸਿਸ ਹਨ, ਜੀ, ਜਿਸ ਨੂੰ ਸਤਸੰਗ ਕਹਿੰਦੇ ਸੀ। ਗੁਰਦੁਆਰੇ ਵਿੱਚ ਧਰਮ ਦੀ ਬਾਤ ਹੋਣੀ ਚਾਹੀਦੀ ਹੈ। ਅੱਜ ਗੁਰਦੁਆਰੇ ਦੇ ਜਿੰਨੇ ਪ੍ਰਬੰਧਕ ਨੇ, ਮੋਸਟ ਆਫ, ਜ਼ਿਆਦਾਤਰ ਜੀ, ਚੰਗੇ ਵੀ ਹਨ, ਜੀ, ਐਸੇ ਨਹੀਂ ਸਾਰੇ ਨਹੀਂ, ਚੰਗੇ ਵੀ ਹਨ। ਬਹੁਤਿਆਂ ਨੂੰ ਜਿੰਨਾ ਵੀ ਲੱਗ ਲਗਾਵ ਹੈ, ਸਾਡੀ ਗੋਲਕ ਵਿੱਚ ਵਾਧਾ ਕਿਵੇਂ ਹੁੰਦਾ ਹੈ। ਰਾਈਟ, ਸਾਡੇ ਗੁਰਦੁਆਰੇ ਆਉਣ ਵਾਲਾ ਮਨੁੱਖ ਧਰਮੀ ਬਣਦਾ ਹੈ ਕਿ ਨਹੀਂ ਧਰਮੀ ਬਣਦਾ, ਕੋਈ ਚਿੰਤਾ ਨਹੀਂ। ਤਾਂ ਫਿਰ ਜਦੋਂ ਪ੍ਰਬੰਧਕ ਦੀ ਇਹ ਸੋਚ ਹੋ ਗਈ, ਜੀ, ਪ੍ਰਚਾਰਕ ਦੀ ਸੋਚ ਹੋ ਗਈ, ਮੈਂ ਵੀ ਇਹ ਗੋਲਕ ਵਧਣੀ ਹੈ, ਤੇ ਮੈਂ ਵੀ ਉਹੀ ਕੰਮ ਕਰਾਂ, ਜੀ, ਲੋਕ ਮੇਰੀ ਨਿੱਜ ਦੀ ਕਮਾਈ ਵਿੱਚ ਵੀ ਵਾਧਾ ਕਰਨ, ਸੱਤ ਤੋਂ ਪਿੱਛੇ ਹਟਦਾ ਗਿਆ।
ਰਾਈਟ। ਪ੍ਰਬੰਧ, ਧਰਮ ਪ੍ਰਚਾਰਕ ਤੇ ਸੰਗਤ ਇੱਕ ਕੜੀ ਹੈ। ਅਸਲ ਵਿੱਚ ਇਹਨਾਂ 'ਚ ਮੂਲ ਸੂਤਰ ਸੀ ਗੁਰੂ ਦਾ ਉਪਦੇਸ਼। ਜੀ। ਪ੍ਰਬੰਧ ਨੇ ਸਟੇਜ ਪ੍ਰੋਵਾਈਡ ਕਰਨੀ ਸੀ, ਰਾਈਟ। ਪ੍ਰਬੰਧ ਕਰਨਾ ਸੀ ਧਰਮ ਸਥਾਨ ਦਾ, ਪ੍ਰਚਾਰਕ ਨੇ ਧਰਮ ਦਾ ਪ੍ਰਚਾਰ ਕਰਨਾ ਸੀ ਗੁਰੂ ਨਾਨਕ ਦੀ ਵਿਚਾਰ ਦਾ, ਜੀ। ਸੰਗਤ ਨੇ ਉਸ ਗ੍ਰਹਿਣ ਕਰਕੇ ਤੇ ਉਸ ਮੁਤਾਬਕ ਜੀਵਨ ਬਣਾਉਣਾ ਸੀ। ਠੀਕ। ਤਾਲਮੇਲ ਵਿਖੜ ਗਿਆ। ਵਿੱਚ ਇੱਕ ਪ੍ਰਬੰਧਕ ਅੱਜ ਦੀਵਾਰ ਨਹੀਂ ਹੈ, ਪ੍ਰਬੰਧਕ ਦੀਵਾਰ ਹੈ। ਜੀ। ਪ੍ਰਬੰਧਕ ਜੇ ਕੋਈ ਧਰਮ ਦਾ ਪ੍ਰਚਾਰ ਕਰਦਾ ਹੈ ਤੇ ਪ੍ਰਬੰਧ ਉਹਨੂੰ ਟੋਕਦਾ ਹੈ, ਤੁਸੀਂ ਇੰਜ ਨਾ ਕਰੋ ਜੀ। ਤੇ ਬਹਾਨਾ ਬਣਾਉਂਦਾ ਸਾਡੀ ਸੰਗਤ ਟੁੱਟਦੀ। ਸੰਗਤ ਨਹੀਂ ਟੁੱਟਦੀ, ਉਹ ਆਪ ਨਹੀਂ ਧਰਮੀ ਹੋਣਾ ਚਾਹੁੰਦਾ। ਰਾਈਟ। ਕੱਲ ਨੂੰ ਮੈਨੂੰ ਲੋਕ ਪੁੱਛਣਗੇ ਤੁਸੀਂ ਇਹੋ ਜਿਹਾ ਜੀਵਨ ਕਿਉਂ ਨਹੀਂ ਜੀ ਰਹੇ, ਤੇ ਇਸ ਤੋਂ ਪਹਿਲਾਂ ਕਿ ਮੈਂ ਇਹੋ ਜਿਹਾ ਜੀਵਨ ਜੀਵਾਂ ਪ੍ਰਬੰਧਕ, ਉਸ ਪ੍ਰਚਾਰ ਨੂੰ ਪਾਸੇ ਕਰ ਦਿਓ। ਰਾਈਟ। ਹੁਣ ਇਹੀ ਚੀਜ਼ ਜਿਹੜੀ ਹੈਗੀ ਹੈ ਨੌਜਵਾਨਾਂ ਦੀ ਜਿਹੜੀ ਮੈਂ ਗੱਲ ਕੀਤੀ, ਹਾਂਜੀ। ਉਹ ਵੀ ਇਹੀ ਚੀਜ਼ ਤੇ ਐਮਫਸਾਈਜ਼ ਕਰਦੇ ਹੈਗੇ ਨੇ, ਤੇ ਇਹ ਇੱਕ ਬੜਾ ਵੱਡਾ ਕੌਨਫਲਿਕਟ ਇਹਨਾਂ ਮੁਲਕਾਂ 'ਚ ਹੈਗਾ, ਤੇ ਖਾਸ ਤੌਰ ਤੇ ਕੈਨੇਡਾ, USA, ਜਿੱਥੇ ਕਿ ਸਿੱਖਾਂ ਦੀ ਵਸੋਂ ਹੈਗੀ ਹੈ, ਕਿ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਉਹ ਬਾਣੇ ਤੋਂ ਦੂਰ ਜਾ ਰਹੀ ਹੈਗੀ ਹੈ, ਤੇ ਉਹਨਾਂ ਦਾ ਇਹੀ ਜਵਾਬ ਹੁੰਦਾ ਹੈ ਕਿ ਸਾਨੂੰ ਕੁਝ ਨਜ਼ਰ ਨਹੀਂ ਆ ਰਿਹਾ, ਤੁਸੀਂ ਸੱਚ ਦੀ ਗੱਲ ਤਾਂ ਕਰਦੇ ਹੋ ਪਰ ਉਹ ਕੀ ਰਿਫਲੈਕਟ ਨਹੀਂ ਹੋ ਰਿਹਾ ਤੁਹਾਡੇ ਕਰੈਕਟਰ 'ਚੋਂ, ਤੇ ਅਸੀਂ ਓਨੈਸਟ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਇੱਥੋਂ ਦੀ ਜਿਹੜੀ ਪੀੜ੍ਹੀ ਬਿਲਕੁਲ ਸਹੀ ਹੈਗੀ ਗੱਲ ਹੈ ਹੈ ਜੀ। ਐਜ਼ ਕੰਪੇਅਰ ਟੂ ਇੰਡੀਆ ਦੀ, ਉਹ ਡਬਲ ਸਟੈਂਡਰਡਸ ਨਹੀਂ ਰੱਖਦੀ ਹੈਗੀ। ਜੋ ਮਨ 'ਚ ਬਹੁਤਾਤ ਸਮੇਂ ਉਹ ਬਾਹਰ ਉਹਨਾਂ ਦੇ ਉਹੀ ਝਲਕਦਾ ਹੈਗਾ, ਪਰ ਸਾਡੇ ਡਬਲ ਸਟੈਂਡਰਡਸ ਕਾਰਨ ਅਸੀਂ ਇਹ ਇੱਕ ਬੜੀ ਵੱਡੀ ਦੀਵਾਰ ਬਣਾ ਦਿੱਤੀ ਹੈਗੀ ਹੈ। ਹੁਣ ਉਹਨਾਂ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਜਿੱਥੇ ਬਾਣੇ ਦੀ ਵੀ ਗੱਲ ਕਰਨੀ, ਇਹਦੀ ਵੀ ਬੜੀ ਮਹੱਤਤਾ ਅਸੀਂ ਸੁਣਦੇ ਹਾਂ, ਬਾਣੇ ਦੀ ਤੇ ਬਾਣੀ ਦੀ ਹੈਗੀ ਹੈ, ਸੋ ਬਾਣੇ ਤੋਂ ਵੀ ਦੂਰ ਜਾ ਰਹੇ ਹਾਂ, ਬਾਣੀ ਤੋਂ ਵੀ ਦੂਰ ਜਾ ਰਹੇ ਹਾਂ, ਤੇ ਯੂਨੀਵਰਸਲ ਵੈਲਿਊਜ਼ ਜਿੱਦਾਂ ਤੁਸੀਂ ਜ਼ਿਕਰ ਕੀਤਾ, ਇਹ ਤਾਂ ਹਰ ਇੱਕ ਧਰਮ ਵੀ ਕਹਿੰਦਾ ਕਿ ਚੰਗੇ ਇਨਸਾਨ ਬਣੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚੋ। ਸੋ ਇਸ ਚੀਜ਼ ਨੂੰ ਕਿਵੇਂ ਐਡਰੈਸ ਕਰੋਗੇ ਤੁਸੀਂ? ਜਿਵੇਂ ਜਿਹੜੇ ਅੱਜ ਕੱਲ੍ਹ ਦੇ ਬੱਚੇ, ਨੌਜਵਾਨ ਯੂਥ ਜਿਹਨੂੰ ਉਸਨੇ ਕਹਿੰਦੇ, ਇੱਥੇ ਟੂ ਫੇਸਿਸ ਬੰਦੇ ਨਹੀਂ ਹੈ ਜੀ। ਸਾਡੇ ਉੱਥੇ ਇੰਡੀਆ 'ਚ ਹੈਗੇ ਆ, ਪਰ ਜਿਨ੍ਹਾਂ ਕੋਲ ਪ੍ਰਬੰਧ ਆ ਜੀ। ਉਹ ਸਾਰੇ ਹੀ ਉਹ ਜਿਹੜੇ ਉੱਥੋਂ ਆਏ ਆ ਰਾਈਟ। ਟੂ ਫੇਸਿਸ। ਜਦੋਂ ਉਹ ਵੇਖਦੇ ਆ ਕਿ ਇੱਥੇ ਗੱਲਾਂ ਹੋ ਰਹੀਆਂ, ਕਥਾ ਹੋ ਰਹੀ ਹੈ ਗੁਰੂ ਨਾਨਕ ਦੀ ਵਿਚਾਰ ਦੀ, ਕੀਰਤਨ ਹੋ ਰਿਹਾ ਗੁਰੂ ਸ਼ਬਦ ਦਾ, ਤੇ ਜਿਹੜਾ ਇਹ ਮਨੁੱਖ ਜਿਹੜੇ ਬੈਠੇ ਨੇ ਇਹਨਾਂ ਤੋਂ ਤੇ ਸਾਨੂੰ ਕੋਈ ਨਜ਼ਰ ਹੀ ਨਹੀਂ ਆਇਆ ਜੀ, ਉਹ ਡਿਸਾਰਟ ਹੋ ਜਾਂਦੇ ਨੇ। ਰਾਈਟ। ਅਸੀਂ ਇਹ ਗੱਲ ਕਹਿਣ 'ਚ ਮੈਨੂੰ ਕੋਈ ਸ਼ਰਮ ਨਹੀਂ। ਅੱਜ ਗੁਰਦੁਆਰਿਆਂ ਵਿੱਚ 18 ਸਾਲ ਤੋਂ ਲੈ ਕੇ 25 ਸਾਲ ਤੱਕ ਨਾ ਬੇਟੇ ਨਾ ਬੇਟੀਆਂ ਹੈ ਹੀ ਨਹੀਂ। ਠੀਕ। ਉਹ ਪਹਿਲੋਂ ਆਉਂਦੇ ਜੋ ਉਹ ਜਾਣਨਾ ਚਾਹੁੰਦੇ ਸੀ ਧਰਮ ਕੀ ਹੈ, ਉਹ ਜੋ ਉਹਨਾਂ ਨੇ ਚਿਤਵਿਆ ਸੱਚ ਦਾ ਧਰਮ ਹੈ, ਇੱਥੇ ਆ ਕੇ ਮਿਲਦਾ ਨਹੀਂ, ਉਹ ਪਾਸੇ ਹੋ ਜਾਂਦੇ ਆ। ਇਹਦੇ ਬਾਰੇ ਤੁਹਾਡਾ ਹੋਰ ਪਰਸਪੈਕਟਿਵ ਕੀ ਹੈ ਜੀ? ਲੈਣੇ ਇਸ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਵਾਪਸ ਆ ਕੇ ਗੱਲਬਾਤ ਕਰਨੇ ਆ। ਛੋਟੀ ਜਿਹੀ ਬ੍ਰੇਕ, ਵਾਪਸ ਆਵਾਂਗੇ, ਸਰਦਾਰ ਸ਼ਮਸ਼ੇਰ ਸਿੰਘ ਦੇ ਨਾਲ ਗੱਲਬਾਤ ਚੱਲਦੀ ਰਹੇਗੀ। ਇਹ ਇੰਪੋਰਟੈਂਟ ਇਸ਼ੂਜ਼ ਉੱਤੇ ਇਹਨਾਂ ਕੋਲ ਜਿਹੜੇ ਵਿਚਾਰ ਲੈ ਰਹੇ ਆ, ਇਸ ਵਿੱਚ ਤੁਹਾਨੂੰ ਸ਼ਾਮਿਲ ਕਰਨੇ ਆ ਇਸ ਬ੍ਰੇਕ ਤੋਂ ਬਾਅਦ।